ਬਾਦਸ਼ਾਹ ਔਰੰਗਜ਼ੇਬ ਦੇ ਬੁਲਾਵੇ 'ਤੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਪਹੁੰਚੀ ਤਾਂ ਔਰੰਗਜ਼ੇਬ ਦੇ ਕਹਿਣ 'ਤੇ ਗੁਰੂ ਜੀ ਨੂੰ ਉਸ ਹਵੇਲੀ ਵਿੱਚ ਠਹਿਰਾਇਆ ਗਿਆ ਜਿਸ ਵਿੱਚ ਇੱਕ ਪ੍ਰੇਤ ਰਹਿੰਦਾ ਸੀ। ਕੋਈ ਵੀ ਵਿਅਕਤੀ ਜਿਹੜਾ ਉਸ ਹਵੇਲੀ ਵਿੱਚ ਜਾਂਦਾ ਸੀ ਉਹ ਪ੍ਰੇਤ ਉਸ ਨੂੰ ਮਾਰ ਦਿੰਦਾ ਸੀ। ਔਰੰਗਜ਼ੇਬ ਬਾਦਸ਼ਾਹ ਦੀ ਆਗਿਆ ਲੈ ਕੇ ਪਹਿਰੇਦਾਰ ਗੁਰੂ ਜੀ ਨੂੰ ਉਸ ਡਰਾਵਣੀ ਹਵੇਲੀ ਵਿੱਚ ਲੈ ਗਏ। ਚਾਰੇ ਦਿਸ਼ਾਵਾਂ ਵਿੱਚ ਪਹਿਰੇਦਾਰ ਬਿਠਾ ਦਿੱਤੇ ਗਏ। ਜਿਹੜੇ ਸੇਵਕ ਗੁਰੂ ਜੀ ਦੇ ਨਾਲ ਸਨ ਉਹ ਬਾਹਰ ਬਿਠਾ ਦਿੱਤੇ ਸਨ। ਉਧਰ ਔਰੰਗਜ਼ੇਬ ਕਹਿਣ ਲੱਗਾ ਹੁਣ ਉਹ ਪ੍ਰੇਤ ਗੁਰੂ ਜੀ ਨੂੰ ਮਾਰ ਦੇਵੇਗਾ। ਔਰੰਗਜ਼ੇਬ ਨੂੰ ਵਜ਼ੀਰ ਕਹਿਣ ਲੱਗੇ ਕਿ ਆਪ ਜੀ ਨੇ ਬਹੁਤ ਹੀ ਚੰਗਾ ਢੰਗ ਅਪਣਾਇਆ ਹੈ। ਮਾਰਨ ਤੋਂ ਬਿਨਾਂ ਹੀ ਗੁਰੂ ਜੀ ਮਰ ਜਾਣਗੇ, ਨਹੀਂ ਤਾਂ ਡਰ ਕੇ ਮੁਸਲਮਾਨ ਹੋ ਜਾਣਗੇ। ਉਧਰ ਉਸ ਡਰਾਵਣੀ ਹਵੇਲੀ ਦੇ ਚਾਰੇ ਪਾਸੇ ਪਹਿਰੇਦਾਰ ਖੜੇ ਹੋਏ ਸਨ। ਗੁਰੂ ਜੀ ਉਸ ਹਵੇਲੀ ਅੰਦਰ ਟਿਕੇ ਹੋਏ ਸਨ। ਜਦੋਂ ਚਾਨਣ ਖਤਮ ਹੋ ਗਿਆ ਅਤੇ ਹਨੇਰਾ ਛਾ ਗਿਆ ਤਾਂ ਭਿਆਨਕ ਦੇਹ ਵਾਲਾ ਉਹ ਪ੍ਰੇਤ ਹਵੇਲੀ ਅੰਦਰ ਆ ਗਿਆ। ਉਸ ਪ੍ਰੇਤ ਨੇ ਜਦੋਂ ਉਸ ਹਵੇਲੀ ਅੰਦਰ ਗੁਰੂ ਜੀ ਨੂੰ ਵੇਖਿਆ ਤਾਂ ਗੁਰੂ ਜੀ ਦਾ ਤੇਜ ਪ੍ਰਤਾਪ ਵੇਖ ਕੇ ਪ੍ਰੇਤ ਨਿਹਾਲ ਹੋ ਗਿਆ। ਉਸ ਪ੍ਰੇਤ ਨੇ ਹੱਥ ਜੋੜ ਕੇ ਗੁਰੂ ਜੀ ਦੇ ਚਰਨ ਕਮਲਾਂ 'ਤੇ ਨਮਸਕਾਰ ਕੀਤੀ ਅਤੇ ਨਿਮਾਣਾ ਹੋ ਕੇ ਮੁਖ ਤੋਂ ਬੇਨਤੀ ਕੀਤੀ, ਹੇ ਗੁਰੂ ਜੀ, ਆਪ ਜੀ ਦਾ ਇੱਥੇ ਵਾਸਾ ਹੋਇਆ ਹੈ ਅਤੇ ਮੈਨੂੰ ਦਰਸ਼ਨ ਦਿੱਤੇ, ਮੈਂ ਧੰਨ ਹੋ ਗਿਆ ਹਾਂ। ਆਪ ਮੈਨੂੰ ਆਪਣਾ ਸੇਵਕ ਜਾਣੋ ਅਤੇ ਮੇਰੇ ਲਈ ਕੋਈ ਵੱਡਾ ਆਦੇਸ਼ ਦਿਓ। ਜਲ ਨੂੰ ਛੂਹਣ ਦੀ ਮੇਰੀ ਸ਼ਕਤੀ ਨਹੀਂ। ਜੇ ਮੈਂ ਆਪ ਜੀ ਵਾਸਤੇ ਭੋਜਨ ਲੈ ਆਵਾਂ ਤਾਂ ਪਤਾ ਨਹੀਂ ਤੁਸੀਂ ਮੇਰੇ ਹੱਥਾਂ ਦਾ ਭੋਜਨ ਛਕ ਲਵੋਗੇ ਜਾਂ ਨਹੀਂ। ਤੁਸੀਂ ਜੋ ਕਹਿ ਦੇਵੋਗੇ ਮੈਂ ਹਰ ਸੇਵਾ ਕਰਾਂਗਾ। ਇੱਥੇ ਜਿਹੜੇ ਵੀ ਦੁਸ਼ਟ ਆਪ ਜੀ ਦੇ ਦੋਖੀ ਹਨ, ਜਿਸ ਨੂੰ ਵੀ ਕਹੋ ਉਸ ਨੂੰ ਮਾਰ ਦਿੰਦਾ ਹਾਂ। ਉਹਨਾਂ ਨੂੰ ਪਕੜ ਕੇ ਨਗਰ ਤੋਂ ਦੂਰ ਵਗਾ ਮਾਰਾਂਗਾ, ਕੋਈ ਜਾਣ ਹੀ ਨਹੀਂ ਸਕੇਗਾ, ਉਸ ਥਾਂ ਪਹੁੰਚਾ ਦੇਵਾਂਗਾ। ਉਹਨਾਂ ਦੇ ਬੱਚੇ ਆਦਿ ਖਤਮ ਕਰਕੇ ਉਹਨਾਂ ਦੇ ਘਰ ਦੀਆਂ ਜੜ੍ਹਾਂ ਉਖਾੜ ਦੇਵਾਂਗਾ। ਆਪ ਜੀ ਦੀ ਆਗਿਆ ਅਨੁਸਾਰ ਹੀ ਮੈਂ ਸਾਰੀ ਕਾਰਵਾਈ ਕਰ ਸਕਾਂਗਾ। ਪ੍ਰੇਤ ਦੀਆਂ ਗੱਲਾਂ ਨੂੰ ਸੁਣ ਕੇ ਗੁਰੂ ਜੀ ਨੇ ਫਰਮਾਇਆ, ਅਸੀਂ ਤਾਂ ਕਿਸੇ ਨੂੰ ਵੀ ਦੁਸ਼ਮਣ ਨਹੀਂ ਜਾਣਿਆ। ਕਿਸੇ ਨੂੰ ਵੀ ਮਾਰਨਾ ਉਚਿਤ ਨਹੀਂ, ਕਿਉਂਕਿ ਸਾਰੇ ਜੀਵ ਆਪਣੇ ਭਾਗਾ ਕਰਕੇ ਹਨ। ਇਹ ਸਭ ਕਰਨ ਕਰਾਉਣ ਵਾਲਾ ਇੱਕ ਪਰਮੇਸ਼ਰ ਹੀ ਹੈ। ਉਸ ਦੇ ਅੱਗੇ ਇਹ ਵਿਚਾਰਾ ਜੀਵ ਕੀ ਚੀਜ਼ ਹੈ। ਪਰਮੇਸ਼ਰ ਹੀ ਸਾਰੇ ਨੂੰ ਮਾਰਦਾ ਅਤੇ ਉਹਨਾਂ ਦੀ ਰੱਖਿਆ ਕਰਦਾ ਹੈ। ਇਸ ਲਈ ਸ਼ਾਂਤ ਹੋ ਕੇ ਰਹੀਏ। ਇਹ ਸੁਣ ਕੇ ਪ੍ਰੇਤ ਸੋਚਣ ਲੱਗ ਪਿਆ ਕਿ ਗੁਰੂ ਜੀ ਦਾ ਮੇਰੇ ਕੋਲ ਵਾਸਾ ਹੋਇਆ ਹੈ, ਇਹਨਾਂ ਦੀ ਕੋਈ ਸੇਵਾ ਕਰਾਂ ਤਦੋਂ ਹੀ ਮੇਰਾ ਜੀਵਨ ਸਫਲ ਹੋਵੇਗਾ। ਉਹ ਪ੍ਰੇਤ ਤੁਰੰਤ ਅੰਤਰ ਧਿਆਨ ਹੋ ਗਿਆ ਅਤੇ ਜਿੱਥੇ ਬਹੁਤ ਵੱਡਾ ਬਾਜ਼ਾਰ ਸੀ ਉੱਥੇ ਚਲਾ ਗਿਆ। ਉਹ ਇਹ ਵਿਚਾਰ ਕਰਦਾ ਹੋਇਆ ਲੱਭਦਾ ਫਿਰਦਾ ਸੀ ਕਿ ਗੁਰੂ ਜੀ ਵਾਸਤੇ ਕੋਈ ਐਸੀ ਵਸਤੂ ਲਵਾਂ ਜਿਹੜੀ ਉਹ ਮੇਰੇ ਹੱਥੋਂ ਛਕ ਲੈਣ ਅਤੇ ਜਿਸ ਵਿੱਚ ਕੋਈ ਨੁਕਸ ਨਾ ਕੱਢਣ। ਉਸ ਪ੍ਰੇਤ ਨੇ ਸਾਰੇ ਬਾਜ਼ਾਰ ਵਿੱਚ ਖੋਜ ਕੀਤੀ ਅਤੇ ਇੱਕ ਦੁਕਾਨ ਦੇ ਕੋਲ ਆ ਕੇ ਖੜ ਗਿਆ। ਉੱਥੇ ਵਿਲਾਇਤ ਦੇ ਸੁੱਕੇ ਮੇਵੇ ਸਨ। ਉਸਨੇ ਉੱਥੇ ਸੰਧੂਰੀ ਰੰਗ ਦੇ ਸੇਬ, ਨਾਸਪਤੀ ਅਤੇ ਭਾਂਤ-ਭਾਂਤ ਦੇ ਮਿੱਠੇ ਫਲ ਵੇਖੇ। ਪ੍ਰੇਤ ਨੇ ਇਹ ਵਿਚਾਰ ਕੀਤੀ, ਇਹਨਾਂ ਨੂੰ ਲੈ ਕੇ ਚੱਲਦਾ ਹਾਂ। ਕੁਝ ਫਲ ਚੱਕ ਲਏ ਅਤੇ ਕੁਝ ਗੰਨੇ ਹੱਥ ਵਿੱਚ ਫੜ ਲਏ ਅਤੇ ਬਹੁਤ ਜਲਦੀ ਨਾਲ ਗੁਰੂ ਜੀ ਕੋਲ ਆ ਗਿਆ ਅਤੇ ਗੁਰੂ ਜੀ ਅੱਗੇ ਰੱਖ ਦਿੱਤੇ ਅਤੇ ਪ੍ਰਾਰਥਨਾ ਕੀਤੀ ਕਿ ਗੁਰੂ ਜੀ, ਇਹ ਫਲ ਸੇਵਨ ਕਰੋ। ਤੁਸੀਂ ਮੇਰੀ ਮਹਿਮਾਨ ਹੋ। ਪਰਵਾਨਾਚਾਰੀ ਕਰਨਾ ਮੇਰਾ ਫਰਜ਼ ਹੈ। ਗੁਰੂ ਜੀ ਨੇ ਉਸ ਪ੍ਰੇਤ ਦੀ ਬੇਨਤੀ ਸੁਣ ਕੇ ਕਿਰਪਾ ਦੀ ਨਜ਼ਰ ਨਾਲ ਉਸ ਵੱਲ ਵੇਖਿਆ। ਉਸ ਨੂੰ ਨਿਮਾਣਾ ਜਾਣ ਕੇ ਉਸ ਦੀ ਸੇਵਾ ਸਵੀਕਾਰ ਕਰ ਲਈ ਅਤੇ ਫਲ ਮੇਵੇ ਛਕਣ ਵਾਸਤੇ ਹੱਥ ਵਿੱਚ ਲੈ ਲਈ। ਫਿਰ ਗੁਰੂ ਜੀ ਗੰਨੇ ਚੁੱਪਣ ਲੱਗੇ। ਗੁਰੂ ਜੀ ਕੁਝ ਛਿਲਕੇ ਅੱਗੇ ਸੁੱਟ ਰਹੇ ਸਨ ਅਤੇ ਕੁਝ ਛਿਲਕੇ ਹਵੇਲੀ ਦੇ ਬਾਹਰ ਸੁੱਟ ਰਹੇ ਸਨ। ਫਿਰ ਗੁਰੂ ਜੀ ਨੇ ਉਸ ਪ੍ਰੇਤ ਨੂੰ ਪੁੱਛਿਆ, ਤੂੰ ਉਸ ਵੇਲੇ ਕਿਹੜਾ ਬੁਰਾ ਕਰਮ ਕਮਾਇਆ ਸੀ ਜਿਸ ਕਰਕੇ ਆਪ ਨੂੰ ਪ੍ਰੇਤ ਜੁੰਨੀ ਵਾਲਾ ਸਰੀਰ ਪ੍ਰਾਪਤ ਹੋਇਆ ਹੈ?
ਪ੍ਰੇਤ ਨੇ ਸੁਣ ਕੇ ਉਸ ਵੇਲੇ ਹੱਥ ਜੋੜ ਕੇ ਬੇਨਤੀ ਕੀਤੀ, ਮੈਂ ਅਜਿਹਾ ਸਰੀਰ ਇਸ ਭੈੜੇ ਕਰਮ ਕਰਕੇ ਪ੍ਰਾਪਤ ਕੀਤਾ ਹੈ ਕਿ ਸਾਡੇ ਸਰੀਕਾਂ ਵਿੱਚ ਵੱਡਾ ਝਗੜਾ ਪੈ ਗਿਆ ਸੀ। ਸਾਰੇ ਵਿਰਜ ਰਹੇ ਸਨ ਕਿ ਜੱਦੀ ਜਾਇਦਾਦ ਮੇਰੀ ਹੈ। ਉਸ ਵੇਲੇ ਮੈਂ ਝੂਠੀ ਮਰਿਆਦਾ ਧਾਰ ਕੇ ਸਾਰਿਆਂ ਦੇ ਮਨ ਵਿੱਚ ਭਰਮ ਪੈਦਾ ਕਰ ਦਿੱਤਾ ਅਤੇ ਸਾਰਾ ਮੁਕੱਦਮਾ ਜਿੱਤ ਲਿਆ। ਮਨ ਵਿੱਚ ਵਿਚਾਰ ਰਿਹਾ ਸੀ ਕਿ ਇਸ ਦਾ ਕੋਈ ਪਾਪ ਨਹੀਂ, ਪਰ ਉਸੇ ਦੋਸ਼ ਕਰਕੇ ਮੈਨੂੰ ਐਸੀ ਜੂਨ ਮਿਲੀ ਜਿਸ ਵਿੱਚ ਬਹੁਤ ਦੁੱਖ ਮਿਲਿਆ ਹੈ। ਗੁਰੂ ਜੀ, ਆਪ ਜੀ ਮੇਰੇ ਤੇ ਦਇਆ ਕਰੋ, ਮੈਨੂੰ ਇਸ ਜੂਨੀ ਤੋਂ ਛੁਡਾ ਦੇਵੋ। ਗੁਰੂ ਜੀ ਨੇ ਸੁਣ ਕੇ ਮੁੱਕੋ ਬਚਨ ਫਰਮਾਏ, ਇਹਨਾਂ ਹੇਠਾਂ ਪਈ ਛਿਲੜਾਂ ਨੂੰ ਪ੍ਰੇਮ ਨਾਲ ਚੂਪ ਲਵੋ। ਜੋ ਸਾਡੀ ਸੇਵਾ ਕੀਤੀ ਹੈ ਉਸ ਦਾ ਫਲ ਲਵੋ ਅਤੇ ਭਿਆਨਕ ਜੂਨ ਤੋਂ ਛੁਟਕਾਰਾ ਕਰ ਲਵੋ। ਉਸ ਪ੍ਰੇਤ ਨੇ ਸੁਣ ਕੇ ਛਿੱਲੜ ਚੂਪ ਲਏ ਅਤੇ ਅਨੇਕ ਤਰ੍ਹਾਂ ਦੇ ਸਵਾਦੀ ਰਸ ਪ੍ਰਾਪਤ ਕੀਤੇ। ਤੁਰੰਤ ਸਾਰੇ ਦੁੱਖਾਂ ਨੂੰ ਛੱਡ ਕੇ ਉਸ ਪ੍ਰੇਤ ਨੇ ਉੱਤਮ ਅਵਸਥਾ ਵਾਲਾ ਆਨੰਦ ਪ੍ਰਾਪਤ ਕਰ ਲਿਆ ਅਤੇ ਜਨਮ ਮਰਨ ਤੋਂ ਮੁਕਤ ਹੋ ਗਿਆ। ਫਿਰ ਗੁਰੂ ਜੀ ਸੁਖ ਪਾ ਕੇ ਦੋਵੇਂ ਨੇਤਰ ਬੰਦ ਕਰਕੇ ਸੋ ਗਏ। ਜਿਸ ਵੇਲੇ ਗੁਰੂ ਜੀ ਨੇ ਗੰਨਾ ਚੂਪ ਕੇ ਉਹਦੇ ਛਿਲਕੇ ਹਵੇਲੀ ਤੋਂ ਬਾਹਰ ਵੱਲ ਸੁੱਟ ਦਿੱਤੇ ਸੀ, ਥੋੜ੍ਹੀ ਦੂਰ ਉਸ ਸਥਾਨ ਉੱਤੇ ਕੁਝ ਸਿੱਖ ਬੈਠੇ ਸਨ। ਉਹ ਛਿਲਕੇ ਉੱਥੇ ਜਾ ਕੇ ਡਿੱਗੇ। ਇੱਕ ਸਿੱਖ ਨੇ ਚੁੱਪੇ ਹੋਏ ਗੰਨੇ ਦਾ ਛਿਲਕਾ ਲੈ ਕੇ ਮੂੰਹ ਵਿੱਚ ਪਾ ਲਿਆ। ਗੰਨੇ ਦਾ ਛਿਲਕਾ ਚੁੱਪਣ ਲੱਗਾ ਤਾਂ ਉਸਨੂੰ ਬਹੁਤ ਆਨੰਦਦਾਇਕ ਸਵਾਦ ਆਇਆ। ਗੁਰੂ ਜੀ ਵੱਲੋਂ ਸੁੱਟੇ ਜੁੱਠੇ ਛਿਲਕਿਆਂ ਦਾ ਉਸਨੇ ਭੋਜਨ ਕੀਤਾ ਤਾਂ ਉਹ ਤੁਰੰਤ ਹੀ ਬਹੁਤ ਸ਼ਕਤੀਸ਼ਾਲੀ ਹੋ ਗਿਆ। ਉਹ ਸਿੱਖ ਮਨ ਵਿੱਚ ਸ਼ਕਤੀ ਦਾ ਬਹੁਤ ਹੀ ਹੰਕਾਰ ਕਰਕੇ ਭੁੱਲ ਗਿਆ। ਉਹ ਸਮਝਣ ਲੱਗਾ ਕਿ ਮੇਰੇ ਬਰਾਬਰ ਕੋਈ ਨਹੀਂ ਹੈ। ਇਸ ਤਰ੍ਹਾਂ ਸਵੇਰ ਹੋ ਗਈ, ਸੂਰਜ ਚੜ੍ਹਿਆ ਅਤੇ ਹਨੇਰਾ ਖਤਮ ਹੋ ਗਿਆ। ਸ਼ਾਂਤ ਰੂਪ ਵਿੱਚ ਗੁਰੂ ਜੀ ਜਿਸ ਸਥਾਨ ਉੱਤੇ ਬੈਠੇ ਸਨ, ਉਸ ਸਮੇਂ ਉੱਥੇ ਔਰੰਗਜ਼ੇਬ ਬਾਦਸ਼ਾਹ ਦੇ ਆਦਮੀ ਆਏ। ਉਹਨਾਂ ਨੇ ਵੇਖਿਆ ਕਿ ਪ੍ਰੇਤ ਨੇ ਉਹਨਾਂ ਦਾ ਕੁਝ ਨਹੀਂ ਵਿਗਾੜਿਆ ਅਤੇ ਉਹ ਡਰੇ ਹੀ ਨਹੀਂ, ਬੜੇ ਹੀ ਆਰਾਮ ਨਾਲ ਬੈਠੇ ਹਨ। ਜਦੋਂ ਗੁਰੂ ਜੀ ਹਵੇਲੀ ਤੋਂ ਬਾਹਰ ਨਿਕਲੇ ਤਾਂ ਜਿਹੜੇ ਸਿੱਖ ਸਾਥੀ ਸਨ ਉਹ ਉਸ ਵੇਲੇ ਆ ਕੇ ਮਿਲੇ। ਤਦ ਉਹਨਾਂ ਨੇ ਗੁਰੂ ਜੀ ਦੇ ਚਰਨ ਕਮਲਾਂ ਉੱਤੇ ਸਿਰ ਰੱਖ ਕੇ ਨਮਸਕਾਰ ਕੀਤੀ। ਉਸ ਵੇਲੇ ਉਹ ਸ਼ਕਤੀਵਾਨ ਸਿੱਖ ਜਿਸਨੇ ਗੰਨੇ ਦੇ ਛਿਲਕੇ ਚੁੱਪੇ ਸੀ, ਦੋਵੇਂ ਹੱਥ ਜੋੜ ਕੇ ਬੋਲਿਆ, ਗੁਰੂ ਜੀ, ਤੁਸੀਂ ਕਿਉਂ ਦੁੱਖ ਸਹਿਣ ਕਰ ਰਹੇ ਹੋ? ਤੁਸੀਂ ਇੱਕ ਵਾਰ ਅੱਖ ਦੇ ਇਸ਼ਾਰੇ ਨਾਲ ਮੈਨੂੰ ਕਹਿ ਦਿਓ, ਮੈਂ ਸਭ ਤਰ੍ਹਾਂ ਨਾਲ ਸਮਰੱਥ ਸ਼ਕਤੀਵਾਨ ਹਾਂ। ਜੋ ਚਾਹਾਂ ਮੈਂ ਉਹੀ ਕਰ ਸਕਦਾ ਹਾਂ। ਤੁਸੀਂ ਇਹ ਪ੍ਰਤੱਖ ਰੂਪ ਵਿੱਚ ਵੇਖ ਲੈਣਾ। ਮੈਂ ਸੈਂਕੜੇ ਹਜ਼ਾਰਾਂ ਲੱਖਾਂ ਨੂੰ ਕੀ ਗਿਣਦਾ ਹਾਂ। ਮੈਂ ਤੁਰਕ ਬਾਦਸ਼ਾਹ ਸਮੇਤ ਸਭ ਤੁਰਕਾਂ ਨੂੰ ਮਾਰ ਦੇਵਾਂਗਾ। ਮੈਂ ਅਜਿਹਾ ਕੰਮ ਕਰਕੇ ਵਿਖਾਵਾਂਗਾ ਜਿਸ ਕਰਕੇ ਇਹਨਾਂ ਦੀ ਸੰਤਾਨ ਵੀ ਪਿੱਛੇ ਬਚੀ ਨਹੀਂ ਰਹੇਗੀ। ਦਿੱਲੀ ਅਤੇ ਲਾਹੌਰ ਨਗਰ, ਜਿਨ੍ਹਾਂ ਵਿੱਚ ਤੁਰਕਾਂ ਦਾ ਬਹੁਤ ਜ਼ੋਰ ਹੈ, ਜਿੱਥੇ ਤੁਰਕਾਂ ਦੇ ਵੱਡੇ ਘਰ ਹਨ, ਜਿੱਥੇ ਇਸਤਰੀਆਂ, ਧੀਆਂ, ਪੁੱਤਰਾਂ ਆਦਿ ਸਮੇਤ ਬਹੁਤ ਸਾਰੇ ਤੁਰਕ ਪਰਿਵਾਰ ਵਸਦੇ ਹਨ, ਦੋਵੇਂ ਨਗਰਾਂ ਦੀ ਜਿੰਨੀ ਧਰਤੀ ਹੈ ਉਨੀ ਮੈਂ ਆਪਣੇ ਹੱਥਾਂ ਨਾਲ ਉੱਪਰ ਚੁੱਕ ਲਵਾਂਗਾ। ਬਹੁਤ ਤੇਜ਼ੀ ਨਾਲ ਮੈਂ ਇਹਨਾਂ ਨੂੰ ਆਪਸ ਵਿੱਚ ਟਕਰਾ ਕੇ ਇਹਨਾਂ ਦੇ ਸਾਰੇ ਘਰ ਤੋੜ ਦੇਵਾਂਗਾ। ਫਿਰ ਇਹਨਾਂ ਨੂੰ ਪੁੱਠੇ ਕਰਕੇ ਹੇਠਾਂ ਸੁੱਟ ਦੇਵਾਂਗਾ, ਜਿਸ ਕਰਕੇ ਇਹ ਦੁਸ਼ਮਣ ਫਿਰ ਉੱਪਰ ਨਹੀਂ ਉੱਠ ਸਕਣਗੇ। ਇਸ ਤਰ੍ਹਾਂ ਦੀ ਮੇਰੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ। ਇਸ ਸਮੇਂ ਆਪ ਜੀ ਬਚਨ ਕਰੋ। ਇਹ ਦੋਖੀ ਤੁਰਕ ਆਪ ਜੀ ਦਾ ਅਪਮਾਨ ਕਰ ਰਹੇ ਹਨ। ਤੁਹਾਡੇ ਚਾਰੇ ਪਾਸੇ ਚੌਕੀਦਾਰ ਖੜੇ ਹਨ ਅਤੇ ਤੁਹਾਨੂੰ ਕੈਦ ਕਰਕੇ ਬਹੁਤ ਦੁੱਖ ਦੇਣਾ ਚਾਹੁੰਦੇ ਹਨ। ਇਸ ਲਈ ਇਹਨਾਂ ਤੋਂ ਅਪਮਾਨ ਕਿਉਂ ਸਹਿਣ ਕਰੀਏ? ਮੈਂ ਐਸੀ ਬੁਰੀ ਕਰਾਂਗਾ ਕਿ ਉਹ ਆਪ ਜੀ ਦੇ ਪੈਰੀ ਆ ਕੇ ਪੈਣਗੇ। ਸਿੱਖ ਤੋਂ ਇਸ ਤਰ੍ਹਾਂ ਦੀ ਗੱਲਾਂ ਸੁਣ ਕੇ ਗੁਰੂ ਜੀ ਮੁਸਕਰਾ ਪਏ ਅਤੇ ਉਸ ਦੀ ਬਾਂਹ ਫੜ ਕੇ ਹੱਥ ਨਾਲ ਦਬਾ ਦਿੱਤੀ। ਗੁਰੂ ਜੀ ਨੇ ਉਸ ਸਿੱਖ ਵਿੱਚ ਜੋ ਸ਼ਕਤੀ ਪੈਦਾ ਹੋਈ ਸੀ ਉਹ ਸਾਰੀ ਖਿੱਚ ਲਈ। ਉਸ ਦੀ ਦੇਹੀ ਫਿਰ ਉਸੇ ਤਰ੍ਹਾਂ ਖਾਲੀ ਹੋ ਗਈ। ਉਸਨੇ ਆਪਣੇ ਮਨ ਵਿੱਚ ਜਾਣਿਆ ਕਿ ਉਹ ਤਾਂ ਫਿਰ ਫੋਕ ਹੋ ਗਿਆ ਹੈ। ਉਸਦੇ ਹਿਰਦੇ ਵਿੱਚ ਪਹਿਲਾਂ ਵਾਲੀ ਸ਼ਕਤੀ ਨਹੀਂ ਰਹੀ। ਉਹ ਪਛਤਾਵਾ ਕਰਦਾ ਹੋਇਆ ਦੁੱਖ ਮਹਿਸੂਸ ਕਰ ਰਿਹਾ ਸੀ ਕਿ ਇਹ ਕੀ ਹੋ ਗਿਆ ਹੈ।
ਦਿਲੋਂ ਮੁਰਝਾ ਰਿਹਾ ਸੀ। ਤਦ ਗੁਰੂ ਜੀ ਨੇ ਫਰਮਾਇਆ, ਜਿਸ ਤਰ੍ਹਾਂ ਤੁਹਾਡੇ ਤੋਂ ਹੋਵੇ ਉਸੀ ਤਰ੍ਹਾਂ ਕਰੋ। ਦੋਵੇਂ ਜੋ ਵੱਡੇ ਨਗਰ ਹਨ ਉਹਨਾਂ ਨੂੰ ਆਪਸ ਵਿੱਚ ਟਕਰਾ ਦੇਵੋ। ਇਸ ਤਰ੍ਹਾਂ ਸੁਣ ਕੇ ਉਹ ਸਿੱਖ ਗੁਰੂ ਜੀ ਦੇ ਮੂੰਹ ਵੱਲ ਵੇਖ ਕੇ ਨਿਮਰ ਹੋ ਗਿਆ ਅਤੇ ਹੱਥ ਜੋੜ ਕੇ ਬੋਲਿਆ, ਤੁਸੀਂ ਸਾਰੇ ਸੰਸਾਰ ਦੀ ਪਾਲਣ ਵਾਲੀ ਨਾਸ਼ ਕਰਨ ਵਾਲੇ ਹੋ। ਤੁਸੀਂ ਸਾਰਿਆਂ ਦੇ ਕਰਤਾ ਪੁਰਖ ਹੋ, ਜੋ ਚਾਹੋ ਕਰਦੇ ਹੋ। ਮੈਂ ਤੁਹਾਡੇ ਵੱਡੇ ਤੇਜ ਪ੍ਰਤਾਪ ਦੀ ਮਹਿਮਾ ਨਹੀਂ ਜਾਣੀ। ਸਗੋਂ ਆਪਣਾ ਆਪ ਨੂੰ ਜਤਾਉਣ ਲੱਗ ਪਿਆ ਕਿ ਮੈਂ ਹੁਣੇ ਗੁਰੂ ਜੀ ਦੀ ਸਹਾਇਤਾ ਕਰਾਂਗਾ। ਜੋ ਦੋਖੀ ਤੁਰਕ ਹਨ ਸਾਰਿਆਂ ਨੂੰ ਮਾਰ ਮੁਕਾਵਾਂਗਾ। ਗੁਰੂ ਜੀ, ਜਦੋਂ ਮੇਰੇ ਸਰੀਰ ਅੰਦਰ ਵੱਡੀ ਸ਼ਕਤੀ ਪ੍ਰਵੇਸ਼ ਹੋ ਗਈ ਸੀ ਤਾਂ ਮੈਂ ਸਾਰੀ ਗੱਲ ਸੱਚੀ ਕਰੀ ਸੀ, ਪਰੰਤੂ ਜਦੋਂ ਆਪ ਜੀ ਨੇ ਮੇਰੀ ਬਾਂਹ ਫੜ ਲਈ ਤਾਂ ਮੈਂ ਇੱਕਦਮ ਕੰਗਾਰ ਹੋ ਗਿਆ। ਮੇਰੇ ਵਿੱਚ ਕੁਝ ਵੀ ਸ਼ਕਤੀ ਨਾ ਰਹੀ। ਮੇਰੇ ਅੰਦਰ ਜਿਹੜਾ ਜ਼ੋਰ ਸੀ ਸਾਰਾ ਖਤਮ ਕਰ ਦਿੱਤਾ। ਹੁਣ ਆਪ ਜੀ ਜਿਸ ਤਰ੍ਹਾਂ ਚਾਹੁੰਦੇ ਹੋ ਉਸੀ ਤਰ੍ਹਾਂ ਵਿਵਹਾਰ ਕਰੋ। ਗੁਰੂ ਜੀ ਇਹ ਸੁਣ ਕੇ ਉਸ ਸਿੱਖ ਨੂੰ ਮੁਖ ਤੋਂ ਉਚਾਰ ਕੇ ਸਮਝਾਉਣ ਲੱਗੇ, ਤੂੰ ਸ਼ਰਧਾ ਧਾਰਨ ਕਰਕੇ ਸਾਡੇ ਨਾਲ ਆਇਆ ਸੀ ਅਤੇ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਨਿਭਾਇਆ। ਫਿਰ ਤੁਰਕਾਂ ਦੇ ਮਾਰੇ ਵਿਵਹਾਰ ਨੂੰ ਵੇਖ ਕੇ ਮਨ ਵਿੱਚ ਵੱਡੀਆਂ ਸੋਚ ਵਿਚਾਰਾ ਕਰਨ ਲੱਗਾ। ਫਿਰ ਆਪ ਨੇ ਸਾਡੇ ਉੱਤੇ ਸ਼ੱਕ ਕੀਤਾ ਕਿ ਇਹ ਗੁਰੂ ਜੀ ਸਮਰੱਥਾਵਾਨ ਹਨ ਜਾਂ ਨਹੀਂ। ਇਸ ਲਈ ਅਸੀਂ ਤੇਰੇ ਵੱਲ ਗੰਨੇ ਦੇ ਛਿਲਕੇ ਸੁੱਟੇ ਸਨ। ਆਪ ਨੇ ਗੰਨੇ ਦਾ ਸਵਾਦ ਵੇਖਣ ਲਈ ਮਨ ਵਿੱਚ ਇੱਛਾ ਧਾਰਨ ਕੀਤੀ ਅਤੇ ਸਾਡੇ ਜੂਠੇ ਛਿਲਕੇ ਮੂੰਹ ਵਿੱਚ ਪਾ ਲਈ। ਤਦ ਤੇਰੇ ਵਿੱਚ ਸ਼ਕਤੀ ਆ ਗਈ ਸੀ। ਜਿਨ੍ਹਾਂ ਦੀ ਸੇਵਾ ਕਰਕੇ ਤੇਰੇ ਵਿੱਚ ਸ਼ਕਤੀ ਪੈਦਾ ਹੋਈ ਕਿ ਉਹ ਖੁਦ ਇਸ ਤਰ੍ਹਾਂ ਨਹੀਂ ਕਰ ਸਕਦੇ। ਆਪ ਨੇ ਇਸ ਤਰ੍ਹਾਂ ਦੀ ਵਿਵੇਕ ਸ਼ਕਤੀ ਨੂੰ ਸਮਝਿਆ ਹੀ ਨਹੀਂ। ਇਹ ਸੁਣ ਕੇ ਉਸ ਸਿੱਖ ਨੇ ਨਮਸਕਾਰ ਕੀਤੀ, ਹੇ ਪ੍ਰਭੂ ਜੀ, ਤੁਹਾਡੀ ਲੀਲਾ ਤੁਸੀਂ ਹੀ ਜਾਣਦੇ ਹੋ। ਤੁਰਕ ਤੁਹਾਡੀ ਬੇਅਦਬੀ ਕਰਦੇ ਹਨ ਤਾਂ ਉਹ ਸਾਡੇ ਤੋਂ ਸਹਾਰੀ ਨਹੀਂ ਜਾਂਦੀ। ਇਸ ਲਈ ਤੁਹਾਡੇ ਕੋਲ ਆ ਕੇ ਕਿਹਾ ਸੀ, ਹੇ ਪ੍ਰਭੂ ਜੀ, ਮਾਫ਼ ਕਰ ਦਿਓ, ਸਾਡੀ ਮੱਤ ਅਣਜਾਣ ਹੈ। ਫਿਰ ਕਦੀ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਬੋਲਾਂਗਾ। ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗੇ ਉਸੀ ਤਰ੍ਹਾਂ ਕਾਰਜ ਕਰੋ।